ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ +1 ਕਲਾਸ ਦੀ ਇੰਗਲਿਸ਼ ਦੀ ਬੁੱਕ ਅ ਪੈਨੋਰਮਾ ਆਫ ਲਾਈਫ ਦੀ ਕਹਾਣੀ ਐਂਡ ਐਸਟ੍ਰੋਲੋਜਰਸ ਡੇ ਦੀ ਸਮਰੀ ਪੜ੍ਹਾਂਗੇ। ਆਰ.ਕੇ. ਨਰਾਇਣਨ ਨੇ ਇਹ ਕਹਾਣੀ ਐਂਡ ਐਸਟ੍ਰੋਲੋਜਰਸ ਡੇ ਲਿਖੀ ਹੈ। ਉਹ ਇੱਕ ਭਾਰਤੀ ਨਾਵਲਿਸਟ ਹੈ ਤੇ ਛੋਟੀਆਂ ਕਹਾਣੀਆਂ ਦਾ ਲੇਖਕ ਹੈ ਜੋ ਕਿ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਹੈ। ਉਸ ਨੂੰ ਮਨੁੱਖੀ ਸੁਭਾਅ ਦੇ ਅਲੱਗ-ਅਲੱਗ ਪਹਿਲੂਆਂ ਦੀ ਬਹੁਤ ਸਮਝ ਬੂਝ ਹੈ। ਉਸ ਦੀਆਂ ਕਹਾਣੀਆਂ ਭਾਰਤੀ ਸ਼ਹਿਰੀ ਤੇ ਪੇਂਡੂ ਰੋਜ਼ਮਰ੍ਹਾ ਦੀ ਜ਼ਿੰਦਗੀ ਨਾਲ ਸੰਬੰਧ ਰੱਖਦੀਆਂ ਹਨ। ਉਸ ਦੀ ਲਿਖਤ ਸ਼ੈਲੀ ਬਹੁਤ ਸਧਾਰਨ ਹੈ। ਜੋਤਸ਼ੀ ਆਪਣੇ ਕੰਮ ਦੀ ਸ਼ੁਰੂਆਤ ਰੋਜ਼ ਦੁਪਹਿਰ ਵੇਲੇ ਕਰਦਾ ਸੀ। ਉਹ ਦੇਰ ਰਾਤ ਤੱਕ ਆਪਣੇ ਕੰਮ 'ਤੇ ਰਹਿੰਦਾ ਸੀ। ਉਸ ਦੀ ਸੜਕ ਛਾਪ ਜੋਤਸ਼ੀ ਵਰਗੀ ਖਾਸ ਕਿਸਮ ਦੀ ਦਿੱਖ ਸੀ। ਉਹ ਆਪਣੇ ਮੱਥੇ 'ਤੇ ਕੇਸਰ ਤੇ ਪਵਿੱਤਰ ਰਾਖ ਲਗਾਉਂਦਾ ਸੀ। ਉਹ ਕੇਸਰੀ ਰੰਗ ਦੀ ਸ਼ੋਖ ਪੱਗ ਬੰਨ੍ਹਦਾ ਸੀ। ਉਸ ਦੇ ਕਿੱਤੇ ਦੇ ਸਮਾਨ ਵਿੱਚ ਇੱਕ ਚੌਰਸ ਕੱਪੜਾ ਸੀ ਜਿਸ 'ਤੇ ਭੇਦ ਭਰੇ ਚਾਰਟ ਸਨ, ਕੌਡੀਆਂ ਤੇ ਕੁਝ ਲਿਖਣ ਵਾਲੀਆਂ ਚੀਜ਼ਾਂ ਸਨ। ਜੋਤਸ਼ੀ ਦੀ ਇੱਕ ਪੈਗੰਬਰੀ ਦਿੱਖ ਸੀ। ਉਸ ਦੀਆਂ ਅੱਖਾਂ ਦੀ ਚਮਕ ਉਸ ਦੇ ਗ੍ਰਾਹਕਾਂ ਨੂੰ ਪ੍ਰਭਾਵਿਤ ਕਰਦੀ ਸੀ। ਉਹ ਉੱਥੋਂ ਲੰਘਣ ਵਾਲਿਆਂ ਵੱਲ ਆਪਣਾ ਗ੍ਰਾਹਕ ਲੱਭਣ ਲਈ ਧਿਆਨ ਨਾਲ ਦੇਖਦਾ ਸੀ। ਉਸ ਦੇ ਗ੍ਰਾਹਕ ਇਹ ਸਮਝਦੇ ਸਨ ਕਿ ਉਸ ਦੀਆਂ ਅੱਖਾਂ ਵਿਚਲੀ ਚਮਕ ਉਸ ਦੇ ਭੇਦ ਭਰੇ ਗਿਆਨ ਕਰਕੇ ਸੀ। ਉਸ ਦੇ ਕਾਰੋਬਾਰ ਕਰਨ ਦੀ ਥਾਂ ਇੱਕ ਬਹੁਤ ਚੰਗੀ ਜਗ੍ਹਾ 'ਤੇ ਸੀ। ਉਹ ਇੱਕ ਰਸਤੇ 'ਤੇ ਇਮਲੀ ਦੇ ਦਰੱਖਤ ਦੇ ਥੱਲੇ ਬੈਠਦਾ ਸੀ। ਰਸਤੇ ਦੇ ਦੋਨੋਂ ਪਾਸੇ ਹਰ ਕਿਸਮ ਦੀਆਂ ਚੀਜ਼ਾਂ ਵੇਚਣ ਵਾਲੇ ਮੌਜੂਦ ਸਨ। ਦਵਾਈਆਂ ਵੇਚਣ ਵਾਲੇ, ਚੋਰੀ ਦੀਆਂ ਚੀਜ਼ਾਂ ਵੇਚਣ ਵਾਲੇ, ਜਾਦੂਗਰ ਅਤੇ ਨਿਲਾਮੀ ਕਰਨ ਵਾਲੇ ਸਭ ਉੱਥੇ ਸਨ। ਇੱਕ ਮੂੰਗਫਲੀ ਵੇਚਣ ਵਾਲਾ ਵੀ ਉਸ ਦੇ ਨਾਲ ਹੀ ਬੈਠਦਾ ਸੀ। ਇਹ ਸ਼ੋਰ ਸ਼ਰਾਬੇ ਤੇ ਭੀੜ ਭੜੱਕੇ ਵਾਲੀ ਥਾਂ ਸੀ। ਇਸ ਥਾਂ 'ਤੇ ਮਿਊਨਿਸਪਲ ਕਮੇਟੀ ਦੀ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀ। ਚੀਜ਼ਾਂ ਵੇਚਣ ਵਾਲਿਆਂ ਕੋਲ ਗੈਸ ਦੀ ਰੌਸ਼ਨੀ, ਸਾਈਕਲ ਦੀ ਰੌਸ਼ਨੀ ਤੇ ਦੀਵੇ ਦੀ ਲਾਟ ਦੀ ਰੌਸ਼ਨੀ ਸੀ। ਜੋਤਸ਼ੀ ਕੋਲ ਆਪਣੀ ਕੋਈ ਰੌਸ਼ਨੀ ਨਹੀਂ ਸੀ। ਜਦੋਂ ਹਨੇਰਾ ਹੋ ਜਾਂਦਾ ਸੀ, ਮੂੰਗਫਲੀ ਵੇਚਣ ਵਾਲੇ ਦੀ ਰੌਸ਼ਨੀ ਉਸ ਨੂੰ ਪ੍ਰਾਪਤ ਹੁੰਦੀ ਸੀ। ਧੁੰਦਲਾ ਵਾਤਾਵਰਨ ਜੋਤਸ਼ੀ ਨੂੰ ਬਹੁਤ ਠੀਕ ਬੈਠਦਾ ਸੀ। ਉਹ ਆਪਣੇ ਗ੍ਰਾਹਕਾਂ ਜਿਤਨਾ ਹੀ ਜੋਤਿਸ਼ ਤੋਂ ਅਣਜਾਣ ਸੀ। ਜੋਤਸ਼ੀ ਇੱਕ ਪਿੰਡ ਤੋਂ ਆਇਆ ਸੀ ਜੋ ਕਿ ਇਸ ਥਾਂ ਤੋਂ 200 ਮੀਲ ਦੀ ਦੂਰੀ 'ਤੇ ਸੀ। ਉਸ ਨੇ ਪਿੰਡ ਛੱਡਣ ਵੇਲੇ ਇਸ ਬਾਰੇ ਕਿਸੇ ਨੂੰ ਕੋਈ ਸੂਚਨਾ ਨਹੀਂ ਦਿੱਤੀ ਸੀ। ਉਸ ਨੇ ਜੋਤਸ਼ੀ ਬਣਨ ਵਾਸਤੇ ਵੀ ਕੋਈ ਯੋਜਨਾ ਨਹੀਂ ਬਣਾਈ ਸੀ। ਇਸ ਕਰਕੇ ਉਸ ਨੂੰ ਜੋਤਸ਼ੀ ਦਾ ਕੋਈ ਗਿਆਨ ਨਹੀਂ ਸੀ। ਫਿਰ ਵੀ ਉਹ ਆਪਣੇ ਗ੍ਰਾਹਕਾਂ ਨਾਲ ਪੂਰੀ ਤਰ੍ਹਾਂ ਕਾਮਯਾਬ ਸੀ। ਆਪਣੇ ਤਜਰਬੇ ਨਾਲ ਉਸ ਨੂੰ ਕੁਝ ਬੁਨਿਆਦੀ ਮਨੁੱਖੀ ਸਮੱਸਿਆਵਾਂ ਦਾ ਗਿਆਨ ਹੋ ਗਿਆ ਸੀ। ਇਸ ਤੋਂ ਇਲਾਵਾ ਉਹ ਆਪਣੇ ਗ੍ਰਾਹਕਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਪਹਿਲਾਂ ਉਹਨਾਂ ਨੂੰ ਕੁਝ ਸਮਾਂ ਬੋਲਣ ਲਈ ਦਿੰਦਾ ਸੀ। ਉਹ ਇੱਕ ਬਹੁਤ ਤੇਜ਼ ਕਾਰੋਬਾਰੀ ਸੀ। ਕੁਝ ਸਮੇਂ ਬਾਅਦ ਇੱਕ ਸ਼ਾਮ ਨੂੰ ਜਦੋਂ ਜੋਤਸ਼ੀ ਆਪਣੇ ਘਰ ਵਾਪਿਸ ਜਾਣ ਹੀ ਲੱਗਾ ਸੀ ਤਾਂ ਇੱਕ ਗ੍ਰਾਹਕ ਆ ਗਿਆ। ਗ੍ਰਾਹਕ ਬਹੁਤ ਗੁੱਸੇਖੋਰ ਦਿਖਾਈ ਇਹ ਦਿੰਦਾ ਸੀ ਕਿ ਉਸ ਨੂੰ ਜੋਤਸ਼ੀ ਦੇ ਗਿਆਨ ਵਿੱਚ ਕੋਈ ਬਹੁਤਾ ਵਿਸ਼ਵਾਸ ਨਹੀਂ ਸੀ। ਉਸ ਨੇ ਜੋਤਸ਼ੀ ਨੂੰ ਦੱਸਿਆ ਕਿ ਉਹ ਉਸ ਨੂੰ ਕਾਫੀ ਚੰਗੇ ਪੈਸੇ ਦੇਵੇਗਾ ਜੇ ਉਸ ਦੇ ਪ੍ਰਸ਼ਨਾਂ ਦਾ ਉੱਤਰ ਜੋਤਸ਼ੀ ਨੇ ਬਿਲਕੁਲ ਠੀਕ ਦਿੱਤਾ, ਨਹੀਂ ਤਾਂ ਜੋਤਸ਼ੀ ਨੂੰ ਉਸ ਦੇ ਦਿੱਤੇ ਹੋਏ ਪੈਸੇ ਵਿਆਜ ਸਮੇਤ ਮੋੜਨੇ ਪੈਣਗੇ। ਉਸ ਨੇ ਆਪਣੀ ਸਿਗਰਟ ਸੁਲਗਾਉਣ ਵਾਲੀ ਡੱਬੀ ਦੀ ਤੀਲ ਬਾਲੀ। ਜੋਤਸ਼ੀ ਨੇ ਇਸ ਰੌਸ਼ਨੀ ਵਿੱਚ ਆਪਣੇ ਗ੍ਰਾਹਕ ਦਾ ਚਿਹਰਾ ਦੇਖ ਲਿਆ। ਉਹ ਬੇਚੈਨ ਹੋ ਗਿਆ। ਉਸ ਨੇ ਆਪਣੇ ਗ੍ਰਾਹਕ ਨੂੰ ਦੱਸਿਆ ਕਿ ਉਹ ਇਸ ਵੇਲੇ ਨਾ ਤਾਂ ਹੱਥ ਦੇਖਣਾ ਚਾਹੁੰਦਾ ਹੈ ਤੇ ਨਾ ਹੀ ਕਿਸੇ ਪ੍ਰਸ਼ਨ ਦਾ ਉੱਤਰ ਦੇਣਾ ਚਾਹੁੰਦਾ ਹੈ ਕਿਉਂਕਿ ਉਹ ਘਰ ਜਾਣ ਲਈ ਪਹਿਲਾਂ ਹੀ ਲੇਟ ਹੋ ਚੁੱਕਾ ਹੈ। ਪਰ ਗ੍ਰਾਹਕ ਨੇ ਹੁਣ ਜੋਤਸ਼ੀ ਨੂੰ ਉੱਠ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇੱਕ ਲੰਬੀ ਬਹਿਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਗ੍ਰਾਹਕ ਜੇ ਪ੍ਰਸ਼ਨਾਂ ਦੇ ਜਵਾਬ ਠੀਕ ਹੋਏ ਤਾਂ ਉਹ ਜੋਤਸ਼ੀ ਨੂੰ $1 ਦੇਵੇਗਾ। ਜੋਤਸ਼ੀ ਨੇ ਗ੍ਰਾਹਕ ਨੂੰ ਦੱਸਿਆ ਕਿ ਲੰਬਾ ਸਮਾਂ ਪਹਿਲਾਂ ਉਹ ਇੱਕ ਚਾਕੂ ਨਾਲ ਜ਼ਖਮੀ ਹੋਇਆ ਸੀ। ਉਸ ਨੂੰ ਮਰਿਆ ਹੋਇਆ ਸਮਝ ਲਿਆ ਗਿਆ ਸੀ। ਉਸ ਨੂੰ ਇੱਕ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ। ਜੋਤਸ਼ੀ ਨੇ ਗ੍ਰਾਹਕ ਨੂੰ ਉਸ ਦਾ ਨਾਮ ਗੁਰੂ ਨਾਨਕ ਲੈ ਕੇ ਬੁਲਾਇਆ। ਉਸ ਨੇ ਉਸ ਨੂੰ ਇਹ ਵੀ ਦੱਸਿਆ ਕਿ ਜਿਸ ਆਦਮੀ ਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਸ ਦੀ ਤਲਾਸ਼ ਕਰਨ ਦਾ ਉਸ ਨੂੰ ਕੋਈ ਫਾਇਦਾ ਨਹੀਂ ਸੀ। ਉਹ ਆਦਮੀ ਬੱਸ ਥੱਲੇ ਕੁਚਲਿਆ ਗਿਆ ਸੀ। ਗ੍ਰਾਹਕ ਨੇ ਇਹ ਸੂਚਨਾ ਪ੍ਰਾਪਤ ਕਰਕੇ ਤਸੱਲੀ ਮਹਿਸੂਸ ਕੀਤੀ। ਜੋਤਸ਼ੀ ਨੇ ਗ੍ਰਾਹਕ ਨੂੰ ਸਮਝਾਇਆ ਕਿ ਉਹ ਆਪਣੇ ਘਰ ਤੋਂ ਦੱਖਣ ਵਾਲੇ ਪਾਸੇ ਕਦੀ ਵੀ ਯਾਤਰਾ ਨਾ ਕਰੇ। ਇੱਕ ਵਾਰ ਫਿਰ ਉਸ ਦੀ ਜਾਨ ਨੂੰ ਖਤਰਾ ਸੀ ਜੇ ਉਸ ਨੇ ਆਪਣੇ ਘਰੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ। ਜੋਤਿਸ਼ ਨੇ
ਆਪਣੇ ਗ੍ਰਾਹਕ ਨੂੰ ਮੱਥੇ 'ਤੇ ਲਗਾਉਣ ਲਈ ਥੋੜ੍ਹੀ ਜਿਹੀ ਵਿਭੂਤੀ ਦਿੱਤੀ। ਉਸਨੇ ਗ੍ਰਾਹਕ ਨੂੰ ਸਿੱਖਿਆ ਦਿੱਤੀ ਕਿ ਉਹ ਅਗਲੀ ਗੱਡੀ ਪਕੜ ਕੇ ਆਪਣੇ ਘਰ ਪਰਤ ਜਾਵੇ। ਉਸਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਗੁਰੂ ਨਾਨਕ 100 ਸਾਲ ਤੱਕ ਜਿਉਂਦਾ ਰਹੇਗਾ। ਗ੍ਰਾਹਕ ਨੇ ਜੋਤਸ਼ੀ ਨੂੰ ਕਾਫੀ ਸਿੱਕੇ ਦਿੱਤੇ ਤੇ ਚਲਾ ਗਿਆ। ਉਸ ਰਾਤ ਜੋਤਸ਼ੀ ਬੜੀ ਦੇਰ ਨਾਲ ਘਰ ਪਹੁੰਚਿਆ। ਉਸਨੇ ਗੁਰੂ ਨਾਨਕ ਤੋਂ ਲਏ ਹੋਏ ਸਾਰੇ ਸਿੱਕੇ ਆਪਣੀ ਪਤਨੀ ਨੂੰ ਦੇ ਦਿੱਤੇ। ਇਹ 12.5 ਆਨੇ ਦੀ ਰਕਮ ਸੀ। ਉਸਨੇ ਆਪਣੀ ਪਤਨੀ ਨੂੰ ਦੱਸਿਆ ਕਿ ਅੱਜ ਉਸਦੇ ਦਿਮਾਗ ਤੋਂ ਇਹ ਇੱਕ ਬਹੁਤ ਭਾਰੀ ਬੋਝ ਉਤਰ ਗਿਆ ਸੀ। ਉਸਨੇ ਉਸਨੂੰ ਅੱਗੇ ਦੱਸਿਆ ਕਿ ਜਵਾਨੀ ਵੇਲੇ ਜਦੋਂ ਉਹ ਪਿੰਡ ਰਹਿੰਦਾ ਸੀ, ਇੱਕ ਦਿਨ ਉਸਨੇ ਤੇ ਗੁਰੂ ਨਾਨਕ ਨੇ ਇਕੱਠੇ ਸ਼ਰਾਬ ਪੀਤੀ। ਉਹ ਆਪਸ ਵਿੱਚ ਲੜ ਪਏ ਅਤੇ ਉਸਨੇ ਗੁੱਸੇ ਵਿੱਚ ਗੁਰੂ ਨਾਨਕ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਹ ਉਸਨੂੰ ਖੂਹ ਵਿੱਚ ਸੁੱਟ ਦਿੱਤਾ ਤੇ ਮਰਿਆ ਹੋਇਆ ਸਮਝ ਲਿਆ ਸੀ। ਇਸ ਲਈ ਉਹ ਆਪਣੇ ਘਰ ਤੋਂ 200 ਮੀਲ ਦੂਰ ਇੱਥੇ ਆ ਗਿਆ ਅਤੇ ਇੱਥੇ ਆ ਕੇ ਉਹ ਜੋਤਸ਼ੀ ਬਣ ਗਿਆ। ਇਹ ਸਭ ਦੱਸਣ ਤੋਂ ਬਾਅਦ ਜੋਤਸ਼ੀ ਆਰਾਮ ਨਾਲ ਆਪਣੀ ਚਾਰਪਾਈ 'ਤੇ ਲੇਟ ਗਿਆ। ਹੁਣ ਉਹ ਬਹੁਤ ਨਿਸ਼ਚਿੰਤ ਸੀ।